संतां के कारज आप खलोया, संतां के कारज हर कम करावण आया राम। वाहिगुरु जी का खालसा, श्री वाहिगुरु जी की फतेह। जिसका कारज तिन ही किया, मानस क्या बेचारा राम। दूसरी वार महाराजा ਭੁਪਿੰਦਰ ਸਿੰਘ ਪਟਿਆਲੇ ਵਾਲਾ ਸਮਾਂ ਮੰਗ ਕੇ ਦਰਸ਼ਨ ਕਰਨ ਲਈ ਆਇਆ ਅਤੇ ਬੇਨਤੀ ਕੀਤੀ, ਜੀ ਮਹਾਰਾਜ, ਪੰਜਾਬ ਦੇ ਮਹਾਰਾਜਿਆਂ ਦੀ ਚੋਣ ਵਾਸਤੇ ਮੈਂ ਪ੍ਰਧਾਨਗੀ ਦੀ ਚੋਣ ਲੜਨੀ ਹੈ ਅਤੇ ਵਿਲਾਇਤ ਜਾਣਾ ਹੈ। ਮੈਨੂੰ ਪ੍ਰਧਾਨ ਬਣਾਉਣ ਦੀ ਕਿਰਪਾ ਕਰੋ। ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਰਾਜਾ, ਇੱਕ ਤਾਂ 1.25 ਲੱਖ ਪਾਠ ਜਪਜੀ ਸਾਹਿਬ ਦਾ ਕਰਾਓ ਅਤੇ 1.25 ਲੱਖ ਰੁਪਇਆ ਦਾਨ ਕਰੋ। ਰਾਜਾ, ਪੁੰਨ ਦਾਨ ਕੀਤਿਆਂ ਪੁੰਨ ਬਣਦੇ ਹਨ, ਪੁੰਨ ਨਾਲ ਸਾਰੇ ਸੁੱਖ ਮਿਲਦੇ ਹਨ। ਤੇਰੇ ਕੋਲ ਤਾਂ ਜ਼ੋਰ ਜੁਰਮ ਹੀ ਹੈ। ਜਿਹੜੀਆਂ ਤੇਰੀਆਂ ਵਿਆਹ ਦੀਆਂ ਰਾਣੀਆਂ ਹਨ ਉਹ ਰਹਿ ਜਾਣ, ਬਾਕੀ ਸਭ ਘਰੋਂ ਘਰੀ ਤੋਰ ਦੇ। ਅੱਗੋਂ ਵਾਸਤੇ ਇਹ ਕੰਮ ਬੰਦ ਹੋਣਾ ਚਾਹੀਦਾ ਹੈ। ਮਹਾਰਾਜੇ ਨੇ 7 ਬਚਨ ਕਹਿ ਕੇ ਬੇਨਤੀ ਕੀਤੀ ਕਿ ਮੈਨੂੰ ਨਾਲ ਪਾਠੀ ਵੀ ਦਿਓ। ਬਾਬਾ ਜੀ ਨੇ ਬਚਨ ਕੀਤਾ, ਸਾਡੇ ਕੋਲ 2 ਪਾਠੀ ਹਨ, ਬਾਕੀ ਤੂੰ ਆਪ ਲੈ ਲੈ। ਭਾਈ ਵਰਿਆਮ ਸਿੰਘ ਅਤੇ ਭਾਈ ਹਰਚੰਦ ਸਿੰਘ ਬੀਬੀ ਕਾ ਹੁਕਮ ਦੇ ਕੇ ਨਾਲ ਭੇਜ ਦਿੱਤੇ। ਤੁਰਨ ਸਮੇਂ ਮਹਾਰਾਜ ਨੇ ਵਿਲਾਇਤ ਤੋਂ ਮੁੜ ਕੇ ਆ ਕੇ ਰਾਣੀਆਂ ਅਤੇ ਜਨਾਨੀਆਂ ਤੋਰਨ ਦਾ ਬਚਨ ਕੀਤਾ। ਦੂਸਰੀ ਬੇਨਤੀ ਮਹਾਰਾਜੇ ਨੇ ਆਪਣੇ ਮੁਕੱਦਮੇ ਬਾਰੇ ਕੀਤੀ ਕਿ ਮੈਂ ਇਸ ਵਿੱਚੋਂ ਬਰੀ ਹੋ ਜਾਵਾਂ। ਹਜ਼ੂਰ ਨੇ ਵਚਨ ਕੀਤਾ ਕਿ ਤੇਰਾ ਵਜ਼ੀਰ ਹੀ ਸਭ ਕੁਝ ਕਰਾ ਰਿਹਾ ਹੈ, ਹੋਰ ਕੋਈ ਨਹੀਂ। ਇਸ ਨੂੰ ਹਟਾ ਦੇ, ਸਭ ਕੁਝ ਠੀਕ ਹੋ ਜਾਵੇਗਾ। ਹਜ਼ੂਰ ਨੇ ਬਚਨ ਵੀ ਕੀਤਾ, ਇਹ ਐਵੇਂ ਹੀ ਨਿਕਲ ਜਾਏਗਾ, ਤੈਨੂੰ ਡਰਨ ਦੀ ਕੋਈ ਲੋੜ ਨਹੀਂ। ਉਸ ਸਮੇਂ ਵਜ਼ੀਰ ਵੀ ਨਾਲ ਹੀ ਸੀ। ਉਪਰੰਤ ਮਹਾਰਾਜਾ ਪਟਿਆਲੇ ਚਲਾ ਗਿਆ ਅਤੇ 1.25 ਲੱਖ ਪਾਠ ਆਰੰਭ ਕਰਾ ਕੇ ਅਤੇ 1.25 ਲੱਖ ਰੁਪਈਆ ਵਜ਼ੀਰ ਨੂੰ ਦੇ ਕੇ ਹੁਕਮ ਕੀਤਾ, ਜਿੱਥੇ ਲੋੜ ਹੋਵੇ ਸਭ ਨੂੰ ਸਾਂਝਾ ਦਾਨ ਕਰੋ। ਗੁਰਦੁਆਰਾ, ਮੰਦਰ, ਮਸੀਤ ਵਿੱਚ ਕੋਈ ਵਿਤਕਰਾ ਨਹੀਂ ਕਰਨਾ। ਉਪਰੰਤ ਮਹਾਰਾਜੇ ਦਾ ਇੱਕ ਮਿੱਤਰ ਅੰਗਰੇਜ਼ ਸੀ, ਉਸ ਲਈ ਵੱਖਰੇ ਰੁਪਈਏ ਦੇ ਕੇ ਉਸ ਨੂੰ ਪਹੁੰਚਾਉਣ ਦੀ ਤਾਕੀਦ ਕੀਤੀ। ਇਹ 3 ਡਿਊਟੀਆਂ ਵਜ਼ੀਰ ਦੀਆਂ ਲਗਾ ਕੇ ਬੰਬਈ ਬੰਦਰਗਾਹ ਉੱਤੇ ਉਸ ਅੰਗਰੇਜ਼ ਨੂੰ ਮਿਲ ਕੇ ਕਿਹਾ ਕਿ ਤੈਨੂੰ ਤੇਰੀ ਚੀਜ਼ ਵਜ਼ੀਰ ਕਿਸ਼ਨ ਕੋਲ ਦੇਵੇਗਾ, ਮੈਂ ਉਸ ਨੂੰ ਜ਼ਿੰਮੇਵਾਰੀ ਦਿੱਤੀ ਹੈ। ਉਪਰੰਤ ਮਹਾਰਾਜਾ ਵਿਲਾਇਤ ਚਲਾ ਗਿਆ। ਵਿਲਾਇਤ ਪ੍ਰਧਾਨਗੀ ਦੀ ਚੋਣ ਜਿੱਤ ਕੇ ਜਦੋਂ ਵਾਪਸ ਬੰਬਈ ਆਇਆ, ਸਭ ਤੋਂ ਪਹਿਲੇ ਉਹ ਅੰਗਰੇਜ਼ ਵਧਾਈ ਦੇਣ ਲਈ ਮਿਲਿਆ। ਵਧਾਈ ਉਪਰੰਤ ਜੋ ਰਕਮ ਲੈਣੀ ਸੀ ਯਾਦ ਕਰਾਈ। ਮਹਾਰਾਜੇ ਨੇ ਕਿਹਾ, ਮੈਂ ਪਤਾ ਕਰਾਂਗਾ। ਮਹਾਰਾਜੇ ਨੇ ਡਿਊਟੀ ਬਰਦਾਰ ਸਰਦਾਰ ਕਿਸ਼ਨ ਸਿੰਘ ਨਾਲ ਗੱਲ ਕੀਤੀ ਕਿ ਕਿਸ਼ਨ ਕੋਲ ਵਜ਼ੀਰ ਨੇ ਮੇਰਾ ਇਤਨਾ ਕੰਮ ਵੀ ਨਹੀਂ ਕੀਤਾ, ਜਿਹੜਾ 1.25 ਲੱਖ ਰੁਪਈਆ ਦੇਣਾ ਸੀ
ਉਹ ਇਸ ਨੇ ਕਿਉਂ ਨਹੀਂ ਦਿੱਤਾ? ਤੂੰ ਕਿਸੇ ਕੋਲ ਗੱਲ ਨਾ ਕਰੀ, ਮੈਂ ਪੜਤਾਲ ਕਰਾਂਗਾ। ਮੈਨੂੰ ਵਜ਼ੀਰ ਉੱਤੇ ਬੜਾ ਇਤਬਾਰ ਸੀ, ਪਰ ਇਹ ਕਿਉਂ ਹੋਇਆ? ਅੰਦਰੋਂ ਅੰਦਰ ਵਜ਼ੀਰ ਕਿਸ਼ਨ ਕੌਲ ਅਤੇ ਡਿਊਟੀ ਬਰਦਾਰ ਕਿਸ਼ਨ ਸਿੰਘ ਇੱਕੋ ਹੀ ਸਨ, ਪਰ ਰਾਜਾ ਇਸ ਗੱਲੋਂ ਬੇਖਬਰ ਸੀ। ਪਟਿਆਲੇ ਪਹੁੰਚਣ ਉਪਰੰਤ ਅਮੀਰ ਵਜ਼ੀਰ ਸਭ ਵਧਾਈ ਦੇਣ ਆਏ। ਕਿਸ਼ਨ ਕੌਲ ਵੀ ਪਹੁੰਚਿਆ। ਮਹਾਰਾਜੇ ਨੇ ਕੋਈ ਧਿਆਨ ਨਹੀਂ ਕੀਤਾ। ਵਧਾਈ ਤਾਂ ਮੰਨ ਲਈ, ਪਰ ਵਜ਼ੀਰ ਅੰਦਰੋਂ ਸਮਝ ਗਿਆ ਕਿ ਕੋਈ ਗੜਬੜ ਹੈ। ਡਿਊਟੀ ਬਰਦਾਰ ਸਰਦਾਰ ਕਿਸ਼ਨ ਸਿੰਘ ਨੇ ਸਾਰੀ ਗੱਲ ਵਜ਼ੀਰ ਨੂੰ ਦੱਸ ਦਿੱਤੀ। ਉਸ ਸਮੇਂ ਹੀ ਰਾਤ ਨੂੰ ਵਜ਼ੀਰ ਦਇਆ ਕਿਸ਼ਨ ਕੋਲ ਰਾਤੋਂ ਰਾਤ ਸਮਾਨ ਚੁੱਕ ਕੇ ਪਟਿਆਲਾ ਛੱਡ ਗਿਆ। ਰਾਤ ਨੂੰ ਮਹਾਰਾਜੇ ਨੇ ਪਟਿਆਲੇ ਵਾਲੇ ਵੱਡੇ ਪੁਲਿਸ ਅਫਸਰ ਨੂੰ ਬੁਲਾ ਕੇ ਹੁਕਮ ਦਿੱਤਾ ਕਿ ਦਿਨ ਚੜ੍ਹਦੇ ਨੂੰ ਵਜ਼ੀਰ ਦਇਆ ਕਿਸ਼ਨ ਕੋਲ ਜੇਲ੍ਹ ਵਿੱਚ ਹੋਵੇ। ਅੱਧੀ ਰਾਤ ਸਮੇਂ ਜਿਸ ਵਕਤ ਵਜ਼ੀਰ ਦੇ ਘਰ ਪੁਲਿਸ ਅਫਸਰ ਗਿਆ, ਅੱਗੇ ਵਜ਼ੀਰ ਤਾਂ ਪਹਿਲਾਂ ਹੀ ਜਾ ਚੁੱਕਿਆ ਸੀ। ਤੁਰੰਤ ਹੀ ਮਹਾਰਾਜ ਨੂੰ ਖਬਰ ਦਿੱਤੀ। ਉਸ ਸਮੇਂ ਹੀ ਮਹਾਰਾਜ ਨੇ ਡਿਊਟੀ ਬਰਦਾਰ ਸਰਦਾਰ ਕਿਸ਼ਨ ਸਿੰਘ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ। ਨਾਲ ਹੀ ਤਾਕੀਦ ਕੀਤੀ ਕਿ ਉਸ ਨੂੰ ਮੇਰੇ ਕੋਲ ਵੀ ਨਾ ਆਉਣ ਦਿੱਤਾ ਜਾਵੇ। ਸਰਦਾਰ ਕਿਸ਼ਨ ਸਿੰਘ ਦੇ ਬਹੁਤ ਕਹਿਣ ਉੱਤੇ ਵੀ ਰਾਜੇ ਨੂੰ ਨਾ ਮਿਲਣ ਦਿੱਤਾ ਗਿਆ। ਗ੍ਰਿਫਤਾਰੀ ਦੇ ਸਮੇਂ ਉਸ ਦੀ ਤਲਾਸ਼ੀ ਉਪਰੰਤ ਸਰਕਾਰੀ ਖਜ਼ਾਨੇ ਵਿੱਚੋਂ ਚੋਰੀ ਹੋਈਆਂ ਚੀਜ਼ਾਂ ਬਰਾਮਦ ਹੋਈਆਂ। ਰਾਜ ਧਰੋਹ ਦਾ ਕੇਸ ਚੱਲਿਆ। ਜਿਵੇਂ ਬਾਣੀ ਵਿੱਚ ਫਰਮਾਨ ਹੈ, ਜੇ ਕੋਈ ਉਸਕਾ ਸੰਗੀ ਹੋਵੇ, ਨਾਲੇ ਲਏ ਸਿਧਾਵੇ। ਵਜ਼ੀਰ ਦਇਆ ਕਿਸ਼ਨ ਕੋਲ ਅਤੇ ਡਿਊਟੀ ਬਰਦਾਰ ਦੋਨੋਂ ਹੀ ਇੱਕੋ ਸਮੇਂ ਗਏ। ਬਾਬਾ ਜੀ ਵਾਲਾ ਬਚਨ ਵਜ਼ੀਰ ਤਾਂ ਐਵੇਂ ਹੀ ਗਿਆ, ਪੂਰਾ ਹੋਇਆ। ਇਹ ਪ੍ਰਸੰਗ ਸਰਦਾਰ ਬਲਬੀਰ ਸਿੰਘ ਨੇ ਪੰਡਤ ਸ੍ਰੀ ਰਾਮ ਸਿੰਘ ਜੀ ਤੋਂ ਸੁਣਿਆ ਅਤੇ ਦੱਸਿਆ। ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ। ਮਹਾਰਾਜੇ ਨੇ ਵਾਪਸ ਪਟਿਆਲੇ ਆਉਣ ਉਪਰੰਤ ਬਾਬਾ ਜੀ ਦਾ ਸ਼ੁਕਰਾਨਾ ਕਰਨ ਅਤੇ ਦਰਸ਼ਨ ਕਰਨ ਲਈ ਹੁਕਮ ਲੈਣ ਲਈ ਮਹਾਰਾਣੀ ਦਲੀਪ ਕੌਰ ਨੂੰ ਹਜ਼ੂਰ ਦੇ ਚਰਨਾਂ ਵਿੱਚ ਭੇਜਿਆ। ਹਾਜ਼ਰ ਹੋ ਕੇ ਨਮਸਕਾਰ ਕੀਤੀ। ਨਾਲ ਹੀ ਬੇਨਤੀ ਕੀਤੀ, ਮਹਾਰਾਜ ਜੀ, ਰਾਜਾ ਆਪ ਜੀ ਦੇ ਦਰਸ਼ਨ ਕਰਨ ਦੀ ਇੱਛਾ ਕਰਦਾ ਹੈ, ਉਸ ਨੂੰ ਬਖਸ਼ੋ। ਠੀਕ ਇਸ ਸਮੇਂ ਇੱਕ ਵਿਅਕਤੀ ਬਾਬਾ ਜੀ ਦਾ ਨਾਮ ਸੁਣ ਕੇ ਪਹਿਲੀ ਵਾਰ ਹੀ ਦਰਸ਼ਨ ਕਰਨ ਅਤੇ ਆਪਣੀ ਗੱਲ ਦੱਸਣ ਲਈ ਹਾਜ਼ਰ ਹੋਇਆ। ਉਸ ਨੇ ਰੋ ਕੇ ਆਪਣੀ ਵਿਥਿਆ ਸੁਣਾਈ ਕਿ ਮੈਂ ਗਰੀਬ ਤੁਹਾਡੇ ਦਰ ਦਾ ਫਰਿਆਦੀ ਹਾਂ, ਕਿਰਪਾ ਕਰੋ। ਹਜ਼ੂਰ ਨੇ ਪੁੱਛਿਆ, ਤੈਨੂੰ ਕੀ ਤਕਲੀਫ ਹੈ? ਤਾਂ ਉਸਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੇਰੀ ਨੌਜਵਾਨ ਲੜਕੀ ਨੂੰ ਰਾਜਾ ਪਟਿਆਲੇ ਵਾਲਾ ਜ਼ੋਰ ਨਾਲ ਚੁੱਕਣਾ ਚਾਹੁੰਦਾ ਹੈ। ਤਤਕਾਲ ਹੀ ਬਾਬਾ ਜੀ ਨੇ ਮਹਾਰਾਣੀ ਵੱਲ ਵੇਖ ਕੇ ਬਚਨ ਕੀਤਾ, ਬੀਬੀ ਆ ਸੁਣ ਲੈ ਕੀ ਹੋ ਰਿਹਾ ਹੈ। ਨਾਲ ਬਚਨ ਕੀਤਾ, ਪੱਟ ਪਊ ਪਟਿਆਲੇ, ਨਾਭਾ ਧਾਹਾਂ ਮਾਰੂਗਾ। ਉਸ ਨੂੰ ਦਰਸ਼ਨ ਨਹੀਂ ਹੋ ਸਕਦਾ। ਜੋ ਉਹ ਅਜੇ ਵੀ ਨਹੀਂ ਹਟਦਾ, ਤਾਂ ਫਿਰ ਸਾਡੇ ਦਰਸ਼ਨ ਕਰਨ ਦੀ ਇੱਛਾ ਨਾ ਰੱਖੇ। ਉਸ ਸਿੱਖ ਨੂੰ ਧੀਰਜ ਦਿੱਤਾ ਕਿ ਤੂੰ ਫਿਕਰ ਨਾ ਕਰ, ਤੇਰੀ ਹਵਾ ਵੱਲ ਰਾਜਾ ਤਾਂ ਕੀ ਜੰਮ ਵੀ ਨਹੀਂ ਵੇਖ ਸਕਦੇ। ਜੇ ਅਜੇ ਵੀ ਨਾ ਹਟਿਆ ਤਾਂ ਕੋੜ ਹੋ ਜਾਏਗਾ। ਉਪਰੰਤ ਕਿਤਨੀ ਦੇਰ ਤੱਕ ਚੁੱਪ ਵਰਤੀ ਰਹੀ, ਕਿਸੇ ਨੂੰ ਬੋਲਣ ਦੀ ਹਿੰਮਤ ਨਾ ਹੋਈ।
ਫਿਰ ਮਹਾਰਾਣੀ ਦਲੀਪ ਕੌਰ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਜੇ ਰਾਜੇ ਨੂੰ ਦਰਸ਼ਨ ਨਹੀਂ ਦੇਣਾ ਤਾਂ ਮੇਰੀ ਸੇਵਾ ਕਬੂਲ ਕਰੋ। ਬਾਬਾ ਜੀ ਉਸ ਸਮੇਂ ਬੜੇ ਤੇਜ਼ ਰੂਪ ਵਿੱਚ ਸਨ, ਪਰੰਤੂ ਮਹਾਰਾਣੀ ਨੂੰ ਸੇਵਾ ਕਰਨ ਦੀ ਅਤੇ ਦਰਸ਼ਨ ਦੇਣ ਦੀ ਆਗਿਆ ਮਿਲ ਗਈ। ਉਪਰੰਤ ਆਉਣ ਵਾਲੇ ਸੇਵਕ ਨੂੰ ਹੁਕਮ ਦੇ ਕੇ ਤੋਰ ਦਿੱਤਾ। ਫਿਰ ਰਾਣੀ ਨੂੰ ਵੀ ਜਾਣ ਦਾ ਹੁਕਮ ਹੋਇਆ। ਨਾਲ ਹੀ ਰਾਜੇ ਨੂੰ ਦਰਸ਼ਨ ਕਰਨ ਦੀ ਮਨਾਹੀ ਕਰ ਦਿੱਤੀ ਕਿ ਹੁਣ ਸਾਨੂੰ ਉਸ ਦੀ ਲੋੜ ਨਹੀਂ। ਇੱਥੇ ਕੀ ਵਚਨ ਕਰਕੇ ਗਿਆ ਅਤੇ ਹਟਦਾ ਅਜੇ ਵੀ ਨਹੀਂ। ਬੀਬੀ, ਜੋ ਕੁਝ ਅੱਗੇ ਕੀਤਾ ਤੇਰੀ ਬੇਨਤੀ ਮੰਨ ਕੇ ਕੀਤਾ। ਫਿਰ ਕਈ ਵਾਰ ਜੇ ਦਰਸ਼ਨ ਕਰਨ ਦੀ ਆਗਿਆ ਮੰਗੀ, ਪਰੰਤੂ ਬਾਬਾ ਜੀ ਨੇ ਨਾ ਹੀ ਉਸ ਦੀ ਬੇਨਤੀ ਸੁਣੀ ਅਤੇ ਨਾ ਹੀ ਦਰਸ਼ਨ ਕਰਨ ਦੀ ਆਗਿਆ ਦਿੱਤੀ। ਜੋ ਬਚਨ ਆਖਿਰ ਤੱਕ ਨਿਭਿਆ। ਇਹ ਪ੍ਰਸੰਗ ਸੰਤ ਬਚਿੱਤਰ ਸਿੰਘ ਭਾਗੀ ਬਾਂਦਰ ਵਾਲਿਆਂ ਤੋਂ ਪ੍ਰਾਪਤ ਹੋਇਆ। ਆਪਣੇ ਸੇਵਕ ਕੋ ਆਪ ਸਹਾਈ। ਸਰਦਾਰ ਗੁਰਬਚਨ ਸਿੰਘ ਤਹਿਸੀਲਦਾਰ ਨੇ ਬਾਬਾ ਜੀ ਦਾ ਬਚਨ ਮੰਨ ਕੇ ਸਰਕਾਰੀ ਨੌਕਰੀ ਛੱਡ ਦਿੱਤੀ, ਪਰ ਇਹਨਾਂ ਦੇ ਪਿਤਾ ਸਰਦਾਰ ਨੱਥਾ ਸਿੰਘ ਨਹੀਂ ਸਨ ਚਾਹੁੰਦੇ ਕਿ ਸਰਕਾਰੀ ਨੌਕਰੀ ਛੱਡੀ ਜਾਵੇ ਅਤੇ ਸਰਦਾਰ ਗੁਰਬਚਨ ਸਿੰਘ ਨੇ ਹਜੂਰ ਦੇ ਹੁਕਮ ਅਨੁਸਾਰ ਹੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਇੱਕ ਪਾਸੇ ਹੁਕਮ ਮੰਨ ਕੇ ਬਾਬਾ ਜੀ ਦੀ ਪ੍ਰਸੰਨਤਾ, ਪਰ ਦੂਜੇ ਪਾਸੇ ਪਿਤਾ ਨੱਥਾ ਸਿੰਘ ਦੀ ਨਾਰਾਜ਼ਗੀ ਸਹੇੜ ਲਈ ਸਰਦਾਰ ਨੱਥਾ ਸਿੰਘ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਗੁਰਬਚਨ ਸਿੰਘ ਜੀ ਦੀ ਬੇਨਤੀ ਕਰਨ ਉੱਤੇ ਪਿਤਾ ਜੀ ਨਹੀਂ ਮੰਨੇ, ਪਰ ਸਰਦਾਰ ਗੁਰਬਚਨ ਸਿੰਘ ਜੀ ਨੇ ਬਾਬਾ ਜੀ ਦੀ ਸੇਵਾ ਅਤੇ ਸੰਗਤ ਨਾ ਛੱਡੀ। ਪ੍ਰਹਿਲਾਦ ਭਗਤ ਵਾਲਾ ਇਤਿਹਾਸ ਚੱਲ ਪਿਆ। ਸਰਦਾਰ ਗੁਰਬਚਨ ਸਿੰਘ ਨੇ ਬਾਬਾ ਜੀ ਪਾਸ ਅਰਦਾਸ ਕੀਤੀ, ਸਾਰੀ ਹਕੀਕਤ ਦੱਸੀ। ਨਾਲ ਹੀ ਬਾਬਾ ਜੀ ਅੱਗੇ ਬੇਨਤੀ ਕੀਤੀ, ਗਰੀਬ ਨਵਾਜ਼, ਮੈਨੂੰ ਕੀ ਹੁਕਮ ਹੈ। ਉਸੇ ਵਕਤ ਬਾਬਾ ਜੀ ਨੇ ਦੋਵੇਂ ਹੱਥ ਜੋੜ ਕੇ ਜ਼ਮੀਨ ਉੱਤੇ ਮਾਰੇ, ਵੀਰ ਰਸ ਵਿੱਚ ਆ ਕੇ ਕਈ ਬਚਨ ਕੀਤੇ ਅਤੇ ਸਰਦਾਰ ਗੁਰਬਚਨ ਸਿੰਘ ਨੇ ਬਾਬਾ ਜੀ ਅੱਗੇ ਉਸੇ ਵੇਲੇ ਹੀ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਇਉਂ ਨਾ ਕਹੋ, ਉਹ ਤਾਂ ਮੇਰਾ ਪਿਤਾ ਹੈ। ਇਸ ਤੋਂ ਉਪਰੰਤ ਹੁਕਮ ਦੇ ਕੇ ਸਰਦਾਰ ਗੁਰਬਚਨ ਸਿੰਘ ਜੀ ਨੂੰ ਪਟਿਆਲੇ ਭੁਪਿੰਦਰ ਸਿੰਘ ਪਾਸ ਭੇਜ ਦਿੱਤਾ। ਸਾਰੀ ਗੱਲ ਸੁਣ ਕੇ ਮਹਾਰਾਜੇ ਨੇ ਸਰਦਾਰ ਨੱਥਾ ਸਿੰਘ ਨੂੰ ਪਟਿਆਲੇ ਬੁਲਾ ਕੇ ਕਿਹਾ ਕਿ ਤੇਰਾ ਪੁੱਤਰ ਹੈ, ਤੂੰ ਇਸ ਨੂੰ ਕੁਝ ਦੇ। ਫਿਰ ਮਹਾਰਾਜੇ ਦੇ ਕਹਿਣ ਉੱਤੇ ਸਰਦਾਰ ਗੁਰਬਚਨ ਸਿੰਘ ਦੀ ਮਾਤਾ ਨੂੰ 400 ਰੁਪਏ ਹਾੜੀ ਸੌਣੀ ਦਾ ਖਰਚਾ ਦਿੱਤਾ। ਫਿਰ ਮੁਸ਼ਕਲ ਨਾਲ ਹੀ ਗੁਜ਼ਾਰਾ ਚੱਲਿਆ। ਸਾਲ ਸਮਾਂ ਲੰਘਦਾ ਸੀ। ਨਾਮ ਰਤੇ ਤ੍ਰਿਭਵਨ ਸੋਝੀ ਹੋਏ। ਇਨ੍ਹਾਂ ਹੀ ਸਮਿਆਂ ਵਿੱਚ ਬਾਬਾ ਜੀ ਅਚਾਨਕ ਹੀ ਇਸ਼ਨਾਨ ਕਰਨ ਦਾ ਹੁਕਮ ਕਰ ਦਿੰਦੇ। ਸੇਵਾਦਾਰ ਭਾਈ ਨੀਲਾ ਸਿੰਘ ਤੇ ਹੋਰ ਸਾਰੇ ਡੇਰੇ ਵਾਲੇ ਜਲ ਭਰਨ ਦੀ ਸੇਵਾ ਕਰਦੇ। ਹੋਰ ਸੇਵਾਦਾਰ ਮਾਈ ਭਾਈ ਹੁਕਮ ਅਨੁਸਾਰ ਪਾਣੀ ਢੋਈ ਜਾਂਦੇ। ਹਜੂਰ ਕਿਤਨਾ ਸਮੇਂ ਇਸ਼ਨਾਨ ਹੀ ਕਰਦੇ ਰਹਿੰਦੇ। ਇੱਕ ਹਜੂਰੀ ਸੇਵਕ ਕੋਲ ਖੜਾ ਜਪਜੀ ਸਾਹਿਬ ਦੇ ਪਾਠ ਸੁਣਾਉਂਦਾ ਰਹਿੰਦਾ। ਕਈ ਘੰਟੇ ਨਿਰੰਤਰ ਸੇਵਾ ਚੱਲਦੀ। ਇਹ ਗੱਲ ਆਮ ਮਨੁੱਖ ਦੀ ਸਮਝ ਤੋਂ ਬਾਹਰ ਹੈ, ਪਰੰਤੂ ਉਸ ਸਮੇਂ ਕਿਸੇ ਸੇਵਕ ਨੇ ਪੁੱਛਣ ਦਾ ਯਤਨ ਨਾ ਕੀਤਾ। ਕਈ ਦਿਨ ਇਸ਼ਨਾਨ ਕਰਨ ਉਪਰੰਤ ਆਪ ਹੀ ਬਚਨ ਕੀਤਾ, ਗੰਗਾ ਉੱਤੇ ਹੜ੍ਹ ਬੜਾ ਆ ਰਿਹਾ ਹੈ, ਸਾਧੂ ਮਹਾਤਮਾ ਰੁੜਦੇ ਜਾਂਦੇ ਹਨ, ਕੋਈ ਫੜ ਨਹੀਂ ਸਕਦਾ।
ਇਸ ਤਰ੍ਹਾਂ ਬਚਨ ਕਈ ਵਾਰੀ ਲਗਾਤਾਰ ਕਰਦੇ ਰਹੇ। ਜਿਹੜੇ ਸੇਵਕ ਉਸ ਵਕਤ ਸੇਵਾ ਵਿੱਚ ਹਾਜ਼ਰ ਸਨ ਉਹਨਾਂ ਨੇ ਕਈ ਵਾਰ ਜ਼ਿਕਰ ਕੀਤਾ। ਇੱਥੇ ਸੇਮੇ ਨਗਰ ਵੱਡਾ ਝੰਡਾ ਸਿੰਘ ਨੇ, ਜਿਨ੍ਹਾਂ ਦੀ ਸੇਵਾ ਦੇ ਕਈ ਪ੍ਰਸੰਗ ਪਿੱਛੇ ਆ ਚੁੱਕੇ ਹਨ। ਇਹ ਪਰਿਵਾਰ ਮੁੱਢ ਕਦੀਮ ਤੋਂ ਹੀ ਸੇਵਾ ਵਿੱਚ ਰਿਹਾ। ਇਹ ਵੱਡਾ ਝੰਡਾ ਵੀ ਉਸ ਵੇਲੇ ਸੇਵਾ ਵਿੱਚ ਹਾਜ਼ਰ ਸੀ। ਇਸ ਨੇ ਹੀ ਇਹ ਬਚਨ ਦੱਸਿਆ ਅਤੇ ਲਿਖਾਇਆ। ਉਪਰੰਤ ਗੰਗਾ ਵਿੱਚ ਹੜ੍ਹ ਸਾਲ ਬਾਅਦ ਵਿੱਚ ਆਇਆ। ਹਜ਼ੂਰ ਨੇ ਪਹਿਲੋਂ ਹੀ ਬਚਨ ਕਰ ਦਿੱਤਾ ਸੀ, ਆਪੇ ਬੀਜ ਆਪੇ ਹੀ ਖਾਓ। ਢਪਾਲੀ ਨਗਰ ਤੋਂ ਇੱਕ ਮਾਈ, ਜਿਸ ਦਾ ਨਾਮ ਸਾਹਿਬ ਕੌਰ ਸੀ, ਸੇਵਾ ਕਰਦੀ ਹੁੰਦੀ ਸੀ। ਇਸ ਮਾਈ ਦੀਆਂ 4 ਲੜਕੀਆਂ ਭੁੱਚੋ ਨਗਰ ਵਿੱਚ ਹੀ ਵਿਆਹੀਆਂ ਸਨ। ਇੱਕ ਵਾਰ ਮਾਤਾ ਸਾਹਿਬ ਕੌਰ ਇੱਕ ਲੜਕੀ ਨੂੰ ਲੈ ਕੇ ਬਾਬਾ ਜੀ ਪਾਸ ਹਾਜ਼ਰ ਹੋਈ ਅਤੇ ਬੇਨਤੀ ਕੀਤੀ ਕਿ ਮਹਾਰਾਜ, ਇਸ ਲੜਕੀ ਦਾ ਨਾਮ ਹਰਕੌਰ ਹੈ। ਇਸ ਦੇ ਵਿਆਹ ਨੂੰ 7 ਸਾਲ ਹੋ ਚੁੱਕੇ ਹਨ। ਇਸ ਦੇ ਕੋਈ ਬੱਚਾ ਨਹੀਂ ਹੈ। ਹੁਣ ਸਹੁਰੇ ਵੀ ਇਸ ਨੂੰ ਪਸੰਦ ਨਹੀਂ ਕਰਦੇ। ਮਿਹਰ ਕਰੋ, ਕੋਈ ਬੱਚਾ ਹੋ ਜਾਏ ਤਾਂ ਸੁਖੀ ਰਹੇ। ਹਜ਼ੂਰ ਨੇ ਪੁੱਛਿਆ, ਮਾਈ, ਤੇਰੀ ਲੜਕੀ ਰੱਬ ਰੱਬ ਕਰਦੀ ਹੈ ਕਿ ਨਹੀਂ? ਇਸ ਨੂੰ ਕਹੋ ਕਿ ਨਾਮ ਜਪਿਆ ਕਰੇ। ਉਪਰੰਤ ਲੜਕੀ ਨੇ ਕੁਝ ਸਮਾਂ ਨਿਤਨੇਮ ਕਰਨ ਦਾ ਬਚਨ ਕੀਤਾ। ਫਿਰ ਬਾਬਾ ਜੀ ਨੇ ਹੁਕਮ ਕੀਤਾ ਕਿ ਜੇ ਇਸ ਬਚਨ ਨੂੰ ਪੁਗਾਏਂਗੀ ਤਾਂ ਕੰਨਿਆ ਤੇਰੀ ਤੌੜੀ ਵਿੱਚ 1.25 ਸੇਰ ਲੂਣ ਪਿਆ ਕਰੇਗਾ। ਉਪਰੰਤ ਪੁੱਤਰ ਹੋਣ ਤੋਂ ਉਸ ਦਾ ਨਾਮ ਜਗਰ ਸਿੰਘ ਰੱਖਿਆ। ਇਹ ਬਚਨ ਸੱਤ ਹੋਇਆ। ਉਸ ਬੀਬੀ ਦਾ ਪਰਿਵਾਰ ਅੱਜ ਵੀ ਮੌਜੂਦ ਹੈ। ਕੁਝ ਸਮੇਂ ਉਪਰੰਤ ਬੀਬੀ ਹਰਕੌਰ ਦੇ ਨਾਲ ਇੱਕ ਹੋਰ ਬੀਬੀ ਆਈ। ਉਸਨੇ ਵੀ ਬੱਚੇ ਦੀ ਮੰਗ ਕੀਤੀ। ਉਸ ਨੂੰ ਬਚਨ ਕੀਤਾ ਕਿ ਸੇਵਾ ਸਿਮਰਨ ਤੋਂ ਬਿਨਾਂ ਕੁਛ ਨਹੀਂ ਮਿਲਦਾ। ਜੇ ਕੁਝ ਲੈਣਾ ਹੈ ਤਾਂ ਸੇਵਾ ਸਿਮਰਨ ਕਰੋ। ਉਸ ਬੀਬੀ ਨੇ ਸੇਵਾ ਕਰਨ ਤੋਂ ਆਪਣੀ ਮਜਬੂਰੀ ਦੱਸੀ, ਜਿਸ ਦਾ ਭਾਵ ਸੀ ਨਹੀਂ ਹੋ ਸਕਦਾ। ਤਾਂ ਬਾਬਾ ਜੀ ਨੇ ਬਚਨ ਕੀਤਾ ਕਿ ਐਵੇਂ ਨਹੀਂ ਮਿਲਦਾ। ਇਹ ਕਿਤੇ ਬੇਰੀਆਂ ਦੇ ਬੇਰ ਨੇ ਜਿਹੜੇ ਚੁਗ ਲਵੇਂਗੀ। ਉਪਰੰਤ ਉਸ ਪਾਸੋਂ ਨਾ ਸੇਵਾ ਹੋ ਸਕੀ, ਨਾ ਔਲਾਦ ਦਾ ਫਲ ਮਿਲਿਆ। ਇਹ ਬਚਨ ਮਾਈ ਰਾਜਕੌਰ ਨੇ ਲਿਖਾਇਆ। ਇੱਕ ਵਾਰ ਹਜ਼ੂਰ ਬਾਹਰ ਡੇਰੇ ਤੋਂ ਖੁੱਲ੍ਹੀ ਥਾਂ ਬੈਠੇ ਸਨ ਅਤੇ ਥੋੜ੍ਹੀਆਂ ਥੋੜ੍ਹੀਆਂ ਕਣੀਆਂ ਪੈ ਰਹੀਆਂ ਸਨ। ਇੱਕ ਸੁੱਚਾ ਸਿੰਘ ਨਾਮ ਦਾ ਪ੍ਰੇਮੀ ਉੱਥੇ ਬੋਤੇ ਚਾਰ ਰਿਹਾ ਸੀ। ਸੁੱਚਾ ਸਿੰਘ ਨੂੰ ਬੜੀ ਠੰਡ ਲੱਗਣ ਲੱਗ ਪਈ। ਉਸਨੇ ਸੋਚਿਆ, ਮੇਰੇ ਉੱਤੇ ਖੇਸ ਹੈ, ਮੈਨੂੰ ਇਤਨੀ ਸਰਦੀ ਲੱਗਦੀ ਹੈ। ਬਾਬਾ ਜੀ ਤਨ ਉੱਤੇ ਮਾਮੂਲੀ ਕੱਪੜੇ ਲੈ ਕੇ ਬੈਠੇ ਹਨ, ਇਹਨਾਂ ਨੂੰ ਤਾਂ ਠੰਡ ਲੱਗਦੀ ਹੋਵੇਗੀ। ਇਹਨਾਂ ਵਾਸਤੇ ਘਰੋਂ ਕੋਈ ਸੁੱਚਾ ਕੱਪੜਾ ਲੈ ਕੇ ਆਵਾਂ। ਇਉਂ ਵਿਚਾਰ ਕੇ ਘਰ ਆਇਆ ਅਤੇ ਆਪਣੀ ਮਾਤਾ ਨੂੰ ਕਿਹਾ ਕਿ ਬਾਬਾ ਜੀ ਬਾਹਰ ਠੰਡ ਵਿੱਚ ਬੈਠੇ ਹਨ, ਐਨੀ ਠੰਡ ਹੈ, ਤੂੰ ਮਾਈ ਛੇਤੀ ਆਪਣੀ ਬੀਕਾਨੇਰੀ ਦੂਹਰੀ ਲੋਈ ਕੱਢ ਦੇ, ਮੈਂ ਦੇ ਆਵਾਂ। ਜਿਸ ਸਮੇਂ ਸੁੱਚਾ ਸਿੰਘ ਲੋਈ ਲੈ ਕੇ ਬਾਬਾ ਜੀ ਪਾਸ ਆਇਆ ਅਤੇ ਵੇਖ ਕੇ ਦੰਗ ਰਹਿ ਗਿਆ। ਬਾਬਾ ਜੀ ਦੇ ਆਸੇ ਪਾਸੇ ਸੁੱਕੀ ਥਾਂ ਸੀ। ਉਪਰੰਤ ਸੁੱਚਾ ਸਿੰਘ ਨੇ ਉਹ ਲੋਈ ਬਾਬਾ ਜੀ ਦੇ ਉੱਤੇ ਦੇ ਦਿੱਤੀ। ਫਿਰ ਬਾਬਾ ਜੀ ਨੇ ਉਹ ਲੋਈ ਆਪਣੇ ਕੋਲ ਬੜੀ ਦੇਰ ਤੱਕ ਰੱਖੀ। ਕਦੇ ਕਦੇ ਬਚਨ ਕਰਨਾ ਅਤੇ ਕਹਿਣਾ ਕਿ ਇਹ ਸੁੱਚਾ ਸਿੰਘ ਦੀ ਨਿਸ਼ਾਨੀ ਹੈ। ਆਪਣੀ ਸੇਵਾ ਆਪ ਕਰਾਈ। ਆਪਣੇ ਕੀਤੇ ਬਚਨ ਅਨੁਸਾਰ ਹੀ ਮਹਾਰਾਣੀ ਦਲੀਪ ਕੌਰ ਨੇ ਹਾਜ਼ਰ ਹੋ ਕੇ ਬਾਬਾ ਜੀ ਪਾਸੋਂ ਇੱਕ ਕੋਠੀ ਜੋ ਅੱਜ ਤੱਕ ਮੌਜੂਦ ਹੈ, ਉਸ ਦੀ ਸੇਵਾ ਕਰਨ ਦੀ ਆਗਿਆ ਮੰਗੀ।
ਅੱਗੋਂ ਬਾਬਾ ਜੀ ਨੇ ਬਚਨ ਕੀਤਾ ਕਿ ਬੀਬੀ ਸਾਡਾ ਤਾਂ ਸਰੀ ਜਾਂਦਾ ਹੈ, ਅਸੀਂ ਕੋਠੀ ਕੀ ਕਰਨੀ ਹੈ। ਫਿਰ ਮਹਾਰਾਣੀ ਨੇ ਬੇਨਤੀ ਕੀਤੀ, ਨਹੀਂ ਮਹਾਰਾਜ ਮੇਰੇ 'ਤੇ ਰਹਿਮ ਕਰੋ, ਕੋਈ ਤਾਂ ਸੇਵਾ ਦਾ ਮੌਕਾ ਬਖਸ਼ੋ। ਫਿਰ ਬਾਬਾ ਜੀ ਨੇ ਬਚਨ ਕੀਤਾ, ਬੀਬੀ ਪਰ ਉਸ ਵਿੱਚ ਕਿਤੇ ਲੋਹਾ ਨਹੀਂ ਲਾਉਣਾ, ਤਾਂਬਾ ਜਾਂ ਪਿੱਤਲ ਹੀ ਲੱਗੇ। ਬਚਨ ਵਿੱਚ ਵੀ ਕੋਈ ਅਗੰਮੀ ਭੇਤ ਹੈ। ਪਿੱਛੇ ਸੈਸ਼ਨ ਦੀ ਸੋਟੀ ਦਾ ਪ੍ਰਸੰਗ ਸੁਣੋ, ਜਿਸ ਸੋਟੀ ਦੇ ਹੇਠਾਂ ਛੋਟੀ ਜਿਹੀ ਲੋਹੇ ਦੀ ਸਮ ਲੱਗੀ ਹੈ। ਇਹ ਸੋਟੀ ਅੱਜ ਵੀ ਡੇਰੇ ਵਿੱਚ ਮੌਜੂਦ ਹੈ ਅਤੇ ਇੱਕ ਨਿਹੰਗ ਸਿੰਘ ਦਾ ਪ੍ਰਸੰਗ ਪਿਛਲੇ ਹਿੱਸੇ ਵਿੱਚ ਹੈ। ਉਸ ਨੂੰ ਸ਼ਸਤਰਾਂ ਸਮੇਤ ਹੀ ਟਿੱਲੇ ਉੱਤੇ ਸੱਦਿਆ ਅਤੇ ਕੋਲ ਹੀ ਰੱਖਿਆ ਸੀ। ਪਿੱਛੇ ਆ ਚੁੱਕੇ ਹਨ। ਰਾਣੀ ਦੇ 7 ਬਚਨ ਕਹਿਣ 'ਤੇ ਹੁਕਮ ਨਾਲ ਕੋਠੀ ਬਣਨੀ ਆਰੰਭ ਹੋ ਗਈ। ਉਹ ਕੋਠੀ ਅੱਜ ਤੱਕ ਮੌਜੂਦ ਹੈ, ਜਿਸ ਵਿੱਚ ਸਭ ਸਮਾਨ ਛੋਟਾ ਅਤੇ ਵੱਡਾ ਤਾਂਬੇ ਅਤੇ ਪਿੱਤਲ ਦਾ ਹੀ ਲੱਗਿਆ ਹੋਇਆ ਹੈ। 2 ਮਿਸਤਰੀ ਧਨੌਲੇ ਤੋਂ ਸੂਜਾਵਲ ਖਾਂ ਅਤੇ ਨਜਾਬ ਖਾਂ ਨਿਯੁਕਤ ਕੀਤੇ ਗਏ। ਇੱਕ ਫੌਜਾ ਸਿੰਘ ਢਿੱਲੋਂ ਅਤੇ ਚਤਰ ਸਿੰਘ ਭੁੱਲਰ 2 ਹੀ ਨਾਵਾਂ ਦਾ ਪਤਾ ਹੈ ਅਤੇ ਭੁੱਚੋ ਮੰਡੀ ਸਟੇਸ਼ਨ ਉੱਤੇ ਗੱਡੀਆਂ ਦੇ ਨਾਲ ਡੇਰੇ ਵਿੱਚ ਇੱਟਾਂ ਦੀ ਢੁਆਈ ਹੋਣ ਲੱਗ ਪਈ। ਪਟਿਆਲੇ ਤੋਂ ਹੋਰ ਸਮਾਨ ਲੋੜ ਅਨੁਸਾਰ ਪਹੁੰਚ ਗਿਆ। ਮਲੂਕੇ ਵਾਲੇ ਪੰਡਿਤ ਸ੍ਰੀ ਰਾਮ ਸਿੰਘ ਜੀ ਨੂੰ ਕੰਮ ਦੀ ਦੇਖਭਾਲ ਕਰਨ ਦਾ ਹੁਕਮ ਹੋਇਆ। ਰਜਾ ਦੇ ਮਾਲਕ ਬਾਬਾ ਜੀ ਨੇ ਹੁਕਮ ਕਰਕੇ ਪੰਡਿਤ ਸ੍ਰੀ ਰਾਮ ਸਿੰਘ ਜੀ ਨੂੰ ਬੁਲਾਇਆ। ਫਰਮਾਉਣ ਲੱਗੇ, ਮਹੂਰਤ ਸੋਧੋ। ਉਹਨਾਂ ਨੇ ਹੁਕਮ ਅਨੁਸਾਰ ਮਹੂਰਤ ਸੋਧਿਆ। ਸਰਬ ਕਲਾ ਸਮਰੱਥ ਤਾਂ ਬਾਬਾ ਜੀ ਆਪ ਸਨ। ਹੁਕਮ ਅਨੁਸਾਰ ਸ੍ਰੀ ਰਾਮ ਸਿੰਘ ਜੀ ਨੇ ਸਭ ਕੁਝ ਕੀਤਾ ਸੀ। ਸਭ ਮਹੂਰਤ ਸਭ ਕੁਝ ਸ਼ੁਭ ਹੈ, ਜਿਨ੍ਹਾਂ ਦੇ ਹੁਕਮ ਵਿੱਚ ਸਨ। ਪਰ ਸੇਵਕ ਦਾ ਕਰਤੱਵ ਤਾਂ ਹੁਕਮ ਮੰਨਣਾ ਹੀ ਹੈ। ਪਹਿਲਾਂ ਰੋੜ ਇਕੱਠੇ ਕਰਕੇ ਸਾੜੇ ਗਏ। ਰੋੜਾਂ ਦੇ ਸੜਨ ਉਪਰੰਤ ਬਾਬਾ ਜੀ ਭੱਠੀਆਂ ਦੇਖਣ ਗਏ। ਇੱਕ ਲੱਕੜੀ ਦਾ ਮੁੱਢ ਵਿੱਚੋਂ ਪੋਲਾ ਹੋਣ ਕਰਕੇ ਅਤੇ ਅੱਗ ਤੋਂ ਬਾਹਰ ਰਹਿ ਗਿਆ ਸੀ ਅਤੇ ਉਹ ਸੜਿਆ ਨਹੀਂ ਸੀ। ਬਾਬਾ ਜੀ ਕੋਲ ਖੜਿਆਂ ਤੋਂ ਇੱਕ ਮਜ਼ਦੂਰ ਨੇ ਇਸ ਮੁੱਢ ਉੱਤੇ ਸੰਦ ਨਾਲ ਸੱਟ ਮਾਰੀ। ਉਸ ਵਿੱਚੋਂ ਇੱਕ ਚੂਹਾ ਨਿਕਲ ਕੇ ਭੱਜਿਆ। ਵੇਖ ਕੇ ਬਾਬਾ ਜੀ ਨੇ ਬਚਨ ਕੀਤਾ, ਉਹ ਵੇਖੋ ਰੱਬ ਜਾ ਰਿਹਾ ਹੈ, ਤੇ ਨਾਲ ਹੀ ਮੁਸਕਰਾਏ। ਇਹਨਾਂ ਦਿਨਾਂ ਵਿੱਚ 14 ਦੀ ਜੰਗ ਪੂਰੇ ਜ਼ੋਰ ਉੱਤੇ ਸੀ। ਜਦ ਕੋਠੀ ਬਣਾਉਣ ਲਈ ਮਿਸਤਰੀ ਮਜ਼ਦੂਰ ਇਕੱਠੇ ਹੋਣੇ, ਹਜੂਰ ਨੇ ਬਚਨ ਕਰਕੇ ਪਹਿਲਾਂ ਸਭ ਤੋਂ ਪਰੇਡ ਕਰਵਾਉਣੀ। ਪਰੇਡ ਕਰਵਾਉਣ ਲਈ ਕੋਈ ਹੋਰ ਬੰਦਾ ਨਹੀਂ ਸੀ, ਸੋ ਆਪ ਹੀ ਹੁਕਮ ਕਰਕੇ ਕਿਸੇ ਪਾਸੋਂ ਤੇ ਕਦੇ ਕਿਸੇ ਪਾਸੋਂ ਤੋਰੀ ਫਿਰਦੇ ਸਨ। ਫਿਰ ਕੁਝ ਦਿਨ ਤਾਂ ਸਾਰੇ ਮਿਸਤਰੀ ਮਜ਼ਦੂਰ ਹੁਕਮ ਅਨੁਸਾਰ ਪਰੇਡ ਕਰਦੇ ਰਹੇ। ਇਹਨਾਂ ਵਿੱਚੋਂ ਇੱਕ ਦਿਨ ਇੱਕ ਮਿਸਤਰੀ ਸਜਾਵਤ ਖਾਂ ਨੇ ਹਜੂਰ ਅਨੁਸਾਰ ਜਿਵੇਂ ਕਹਿੰਦੇ ਸਨ ਪਰੇਡ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਬੋਲਿਆ, ਅਸੀਂ ਤਾਂ ਮਿਹਨਤ ਕਰਕੇ ਰੋਟੀ ਕਮਾਉਣੀ ਹੈ, ਸਾਡਾ ਇਹਨਾਂ ਪਰੇਡਾਂ ਨਾਲ ਕੀ ਮਤਲਬ। ਅਗਲੇ ਦਿਨ ਜਦੋਂ ਕੰਮ 'ਤੇ ਨਾ ਆਇਆ, ਉਪਰੰਤ ਸਾਥੀ ਮਿਸਤਰੀ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਸਦੇ ਤਾਂ ਗੋਡੇ ਦਰਦ ਕਰਦੇ ਹਨ। ਬਾਬਾ ਜੀ ਕੋਲ ਉਸ ਦੀ ਬੇਨਤੀ ਪਹੁੰਚਾਈ ਗਈ। ਬਾਬਾ ਜੀ ਨੇ ਸੇਵਕ ਭੇਜ ਕੇ ਹੁਕਮ ਕੀਤਾ, ਜੇ ਸਾਡੀ ਪਰੇਡ ਕਰੇਗਾ ਤਾਂ ਰਾਜ਼ੀ ਹੋ ਜਾਏਗਾ, ਨਹੀਂ ਤਾਂ ਐਵੇਂ ਹੀ ਰਹੂਗਾ। ਉਪਰੰਤ ਹੁਕਮ ਮੰਨ ਕੇ ਹੌਲੀ ਹੌਲੀ ਡੇਰੇ ਆਇਆ, ਪਰੇਡ ਕੀਤੀ, ਫਿਰ ਠੀਕ ਹੋਇਆ। ਆਸਾ ਭਰਮ ਵਿਕਾਰ ਮੋਹ ਇਨ ਮਹਿ ਲੁਭਾਨਾ, ਝੂਠ ਸਮੱਗਰੀ ਮਨ ਵਸੀ,
ਪਾਰ ਬ੍ਰਹਮ ਨਾ ਜਾਣਾ। ਤਪ ਕਰਨ ਵਾਲਾ ਤਪਸਵੀ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਅਸਲ ਰਸਤੇ ਉੱਤੋਂ ਭੁੱਲ ਜਾਂਦਾ ਹੈ। ਫਿਰ ਤਾਕਤ ਦੀ ਵਰਤੋਂ ਨੀਚ ਕੰਮਾਂ ਉੱਤੇ ਖਰਚ ਕਰਕੇ ਨਰਕਾਂ ਵਿੱਚ ਜਾਣ ਦਾ ਰਸਤਾ ਤਿਆਰ ਕਰਦਾ ਹੈ। ਬਾਣੀ ਵਿੱਚ ਫਰਮਾਨ ਹੈ, ਤਪ ਕਰਤੇ ਤਪਸੀ ਭੁਲਾਏ। ਐਸੇ ਕਰਾਮਾਤੀ ਪੁਰਸ਼ਾਂ ਨੂੰ ਸਹੀ ਰਸਤੇ ਲਾਇਆ ਦਸੇ ਪਾਤਸ਼ਾਹੀਆਂ ਨੇ। ਫਿਰ ਬਾਬਾ ਮਹਾਂ ਹਰਨਾਮ ਸਿੰਘ ਜੀ ਮਹਾਰਾਜ ਨੇ ਇੱਕ ਧਨੌਲੇ ਨਗਰ ਦੇ ਰਹਿਣ ਵਾਲੇ ਗੁਰਸਿੱਖ, ਜਿਸ ਦਾ ਨਾਮ ਭਾਨ ਸਿੰਘ ਸੀ, ਇਹ ਇੱਕ ਨੂਰਦੀਨ ਨਾਮ ਦੇ ਫਕੀਰ ਦੀ ਸੇਵਾ ਕਰਦਾ ਹੁੰਦਾ ਸੀ। ਭਾਨ ਸਿੰਘ ਦੀ ਸੇਵਾ ਤੋਂ ਖੁਸ਼ ਹੋ ਕੇ ਨੂਰਦੀਨ ਨੇ ਭਾਨ ਸਿੰਘ ਨੂੰ ਕੁਝ ਮੰਗਣ ਲਈ ਆਖਿਆ। ਅੱਗੋਂ ਭਾਨ ਸਿੰਘ ਨੇ ਬੇਨਤੀ ਕੀਤੀ, ਪੀਰ ਜੀ, ਜੇ ਮੇਰੇ ਉੱਤੇ ਪ੍ਰਸੰਨ ਹੋ ਤਾਂ ਮੈਨੂੰ ਅਪਸਰਾ ਦੀ ਸਿੱਧੀ ਬਖਸ਼ੋ। ਜਿਵੇਂ ਸੁਲੇਮਾਨ ਪੈਗੰਬਰ ਦਾ ਰੁਤਬਾ ਸੀ, ਮੇਰਾ ਉਹੀ ਦਰਜਾ ਹੋਵੇ। ਤਾਂ ਨੂਰਦੀਨ ਨੇ ਭਾਨ ਸਿੰਘ ਨੂੰ ਕਿਹਾ, ਇਹ ਚੀਜ਼ ਮੇਰੇ ਕੋਲ ਤਾਂ ਹੈ ਨਹੀਂ। ਇੱਕ ਮੇਰਾ ਪੀਰ ਕੁਤਬਦੀਨ ਹੈ, ਉਸ ਦੇ ਪਾਸ ਹੈ, ਚੱਲ ਉੱਥੇ ਚੱਲਦੇ ਹਾਂ। ਉਪਰੰਤ ਨੂਰਦੀਨ ਅਤੇ ਭਾਨ ਸਿੰਘ ਕੁਤਬਦੀਨ ਪਾਸ ਪਹੁੰਚੇ। ਅੱਗੋਂ ਕੁਤਬਦੀਨ ਨੇ ਨੂਰਦੀਨ ਦੀ ਸਿਫਾਰਿਸ਼ ਮੰਨ ਕੇ ਭਾਨ ਸਿੰਘ ਨੂੰ ਇੱਕ ਕਲਾਮ ਦੱਸੀ, ਨਾਲ ਤਾਕੀਦ ਕੀਤੀ ਕਿ 40 ਦਿਨ ਕਰੜੀ ਸਾਧਨਾ ਕਰਨੀ ਪਵੇਗੀ। ਭਾਨ ਸਿੰਘ ਨੇ 40 ਦਿਨ ਸਾਧਨਾ ਕਰਕੇ ਸਿੱਧੀ ਤਾਂ ਪ੍ਰਾਪਤ ਕਰ ਲਈ। ਮਨ ਤਾਂ ਅੱਗੇ ਹੀ ਵਿਕਾਰੀ ਸੀ ਅਤੇ ਫਿਰ ਵਿਕਾਰ ਹੋਰ ਵੀ ਵੱਧ ਗਏ। ਇੱਧਰ ਭੁੱਚੋ ਨਗਰ ਵਿੱਚ ਬਾਬਾ ਮਹਾਂ ਹਰਨਾਮ ਸਿੰਘ ਜੀ ਨੇ ਨੀਲਾ ਸਿੰਘ ਨੂੰ ਆਪਣੇ ਕੋਲ ਸੱਦ ਕੇ ਹੁਕਮ ਕੀਤਾ, ਨੀਲਾ ਸਿੰਘ, 2 ਬੰਦੇ ਆ ਰਹੇ ਹਨ, ਇਹਨਾਂ ਨੂੰ ਸਾਡੇ ਕੋਲ ਨਹੀਂ ਆਉਣ ਦੇਣਾ, ਤਕੜਾ ਹੋ ਕੇ ਪਹਿਰਾ ਦੇਵੀਂ। ਇਤਨਾ ਬਚਨ ਕਰਕੇ ਹਜੂਰ ਨੇ ਟਿੱਲਾ ਸਾਹਿਬ ਦੀ ਕੋਠੜੀ ਦਾ ਦਰਵਾਜ਼ਾ ਬੰਦ ਕਰ ਲਿਆ। ਉਸੇ ਦਿਨ ਜਦੋਂ ਪਿਛਲਾ ਪਹਿਰ ਹੋਇਆ ਤਾਂ ਸਾਦੇ ਜਿਹੇ ਲਿਬਾਸ ਵਿੱਚ ਬੰਦੇ ਆਏ, ਜਿਨ੍ਹਾਂ ਨੇ ਬਾਬਾ ਜੀ ਦੇ ਦਰਸ਼ਨ ਕਰਨ ਦੀ ਆਗਿਆ ਮੰਗੀ। ਨੀਲਾ ਸਿੰਘ ਨੇ ਬਾਬਾ ਜੀ ਦੇ ਹੁਕਮ ਅਨੁਸਾਰ ਨਾਂਹ ਕਰ ਦਿੱਤੀ। ਇਸ ਦਿਨ ਤਾਂ ਇਹ ਦੋਵੇਂ ਮੁੜ ਗਏ ਅਤੇ ਦੂਜੇ ਦਿਨ ਫੇਰ ਆਏ ਤੇ ਦਰਸ਼ਨਾਂ ਦੀ ਆਗਿਆ ਮੰਗੀ। ਫਿਰ ਇਹਨਾਂ ਦੋਹਾਂ ਨੂੰ ਇੱਥੇ ਖੜੇ ਕਰਕੇ ਆਗਿਆ ਮੰਗੀ। ਅੱਗੋਂ ਬਾਬਾ ਜੀ ਨੇ ਉੱਚੀ ਆਵਾਜ਼ ਵਿੱਚ ਨਾਂਹ ਕਰ ਦਿੱਤੀ। ਨੀਲਾ ਸਿੰਘ ਨੂੰ ਹੁਕਮ ਕੀਤਾ, ਇਹਨਾਂ ਨੂੰ ਹੁਣੇ ਹੀ ਤੋਰ ਦੇ, ਇੱਥੇ ਖੜ੍ਹ ਨਹੀਂ ਦੇਣਾ। ਇਸ ਤਰ੍ਹਾਂ ਇਹ ਕਈ ਦਿਨ ਆਉਂਦੇ ਜਾਂਦੇ ਰਹੇ। ਅਖੀਰ ਇੱਕ ਦਿਨ ਤਾਂ ਇਹਨਾਂ ਦੋਹਾਂ ਨੇ ਦਰਸ਼ਨ ਕਰਨ ਦੀ ਇੱਛਾ ਜ਼ਾਹਰ ਕੀਤੀ ਅਤੇ ਕਿਹਾ, ਅਸੀਂ ਦਰਸ਼ਨ ਕੀਤੇ ਬਗੈਰ ਨਹੀਂ ਜਾਣਾ। ਇਉਂ ਕਹਿ ਕੇ ਉੱਥੇ ਹੀ ਬੈਠ ਗਏ। ਉਪਰੰਤ ਨੀਲਾ ਸਿੰਘ ਨੇ ਬਾਬਾ ਜੀ ਪਾਸ ਜਾ ਕੇ ਸਾਰੀ ਹਕੀਕਤ ਦੱਸੀ। ਸੁਣਨ ਤੋਂ ਬਾਅਦ ਬਾਬਾ ਜੀ ਨੇ ਬਚਨ ਕੀਤਾ, ਇਹਨਾਂ ਨੂੰ ਕਹਿ ਦੇ ਕਿ ਅੱਜ ਤੋਂ ਉਹ ਇੱਥੇ ਆ ਜਾਣ। ਇਹਨਾਂ ਦਾ ਚੋਰ ਅਤੇ ਵਿਚੋਲਾ ਚੋਰੀ ਕਰਵਾਉਣ ਵਾਲਾ ਸਾਰੇ ਹਾਜ਼ਰ ਹੋ ਜਾਣਗੇ। ਉਪਰੰਤ ਨੀਲਾ ਸਿੰਘ ਨੇ ਬਾਬਾ ਜੀ ਦਾ ਹੁਕਮ ਉਹਨਾਂ ਨੂੰ ਦੱਸਿਆ ਅਤੇ ਚਲੇ ਜਾਣ ਲਈ ਆਖਿਆ। ਉਪਰੰਤ ਉਹ ਦੋਵੇਂ ਹੀ ਚਲੇ ਗਏ। ਬਾਬਾ ਮਹਾਂ ਹਰਨਾਮ ਸਿੰਘ ਜੀ ਆਸਣ ਉੱਤੇ ਬਿਰਾਜੇ ਹੋਏ ਸਨ। ਪਹਿਰੇਦਾਰ ਨੇ ਹਜੂਰ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਬੇਨਤੀ ਕੀਤੀ, ਮਹਾਰਾਜ, 3 ਫਕੀਰ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਨ, ਕੀ ਹੁਕਮ ਹੈ? ਅੱਗੋਂ ਬਾਬਾ ਜੀ ਨੇ ਹੁਕਮ ਕੀਤਾ, ਅਸੀਂ ਉਹਨਾਂ ਨੂੰ ਉਡੀਕ ਰਹੇ ਹਾਂ, ਆ ਜਾਣ ਦਿਓ। ਤਿੰਨੇ ਹੀ ਚਰਨਾਂ ਵਿੱਚ ਹਾਜ਼ਰ ਹੋ ਕੇ ਸਿਜਦਾ ਕਰਕੇ ਬੈਠ ਗਏ। ਬਾਬਾ ਜੀ ਨੇ ਬਚਨ ਕੀਤਾ, ਚੋਰ ਵੀ ਆ ਗਿਆ ਤੇ ਚੋਰੀ ਕਰਵਾਉਣ ਵਾਲਾ ਵੀ। ਦੂਜੀ ਵਾਰ ਫਿਰ ਪਹਿਰੇਦਾਰ ਨੇ ਬੇਨਤੀ ਕੀਤੀ,
ਮਹਾਰਾਜ ਦੋ ਹੋਰ ਬੰਦੇ ਆਏ ਹਨ ਅਤੇ ਦਰਸ਼ਨ ਕਰਨਾ ਚਾਹੁੰਦੇ ਹਨ। ਹਜੂਰ ਨੇ ਉਹਨਾਂ ਨੂੰ ਵੀ ਉਸੇ ਵੇਲੇ ਟਿੱਲੇ ਉੱਪਰ ਭੇਜਣ ਦਾ ਹੁਕਮ ਕੀਤਾ ਅਤੇ ਪਹਿਰੇਦਾਰ ਨੂੰ ਤਕੜਾ ਹੋ ਕੇ ਰਹਿਣ ਦਾ ਹੁਕਮ ਕਰਕੇ ਹੇਠਾਂ ਭੇਜ ਦਿੱਤਾ। ਇਸ ਸਮੇਂ ਇੱਕ ਸ੍ਰੀ ਰਾਮ ਸਿੰਘ ਜੀ ਮਲੂਕੇ ਵਾਲੇ ਅਤੇ ਨੀਲਾ ਸਿੰਘ ਹੀ ਸੇਵਾ ਵਿੱਚ ਹਾਜ਼ਰ ਸਨ। ਉਪਰੰਤ ਬਾਬਾ ਜੀ ਨੇ ਮੁਸਲਮਾਨ ਫਕੀਰਾਂ ਨੂੰ ਸੰਬੋਧਨ ਕਰਕੇ ਬਚਨ ਕੀਤਾ ਕਿ ਤੁਸੀਂ ਫਕੀਰ ਹੋ ਕੇ ਘਰ-ਬਾਰ ਤਾਂ ਛੱਡ ਦਿੱਤੇ ਅਤੇ ਘਾਟੇ ਵਾਲਾ ਕੰਮ ਨਾ ਛੱਡਿਆ ਤੇ ਲੋਕਾਂ ਨੂੰ ਵੀ ਇਸ ਪਾਸੇ ਹੀ ਤੋਰਿਆ। ਫਿਰ ਇਸ ਸਿੱਖ ਨੂੰ ਮੁਸਲਮਾਨੀ ਕਲਾਮਾਂ ਸਿਖਾਈਆਂ ਤੇ ਇਹ ਵੀ ਜਿਉਂਦਾ ਭੂਤ ਹੀ ਬਣ ਗਿਆ। ਦੂਜੇ ਵੱਲ ਇਸ਼ਾਰਾ ਕਰਕੇ, ਕਿਉਂ ਤੈਂ ਭਰ ਲਈਆਂ ਝੋਲੀਆਂ ਪਰੀਆਂ ਵਿੱਚ ਰਹਿ ਕੇ, ਹੁਣ ਤੁਹਾਡਾ ਕਿਵੇਂ ਇਰਾਦਾ ਹੈ? ਉਪਰੰਤ ਦੋਹਾਂ ਨੇ ਤਾਂ ਅੱਗੇ ਲਈ ਇਸ ਕੰਮ ਤੋਂ ਇਨਕਾਰ ਕਰਕੇ ਭਜਨ ਕਰਨ ਦਾ ਨਿਸ਼ਚਾ ਕਰ ਲਿਆ ਅਤੇ ਮਾਫੀ ਮੰਗੀ। ਨੂਰਦੀਨ ਨੂੰ ਕਿਹਾ ਕਿ ਤੂੰ ਸਾਰਾ ਜਨਮ ਹੀ ਬੇਅਰਥ ਕਰ ਲਿਆ ਹੈ ਤੇ ਮੱਕੇ ਵਿੱਚ ਰਹਿ ਕੇ ਵੀ ਬੰਦਗੀ ਨਾ ਕੀਤੀ, ਆਪਣੀ ਤਾਕਤ ਦੀ ਗਲਤ ਵਰਤੋਂ ਕਰਦਾ ਰਿਹਾ ਹੈ। ਨੂਰਦੀਨ ਨੂੰ ਬਹੁਤ ਸਮਝਾਇਆ, ਉਹ ਨਾ ਸਮਝਿਆ ਅਤੇ ਉਸ ਨੂੰ ਬਚਨ ਕੀਤਾ, ਅੱਜ ਤੋਂ ਤੇਰੀ ਤਾਕਤ ਖਤਮ ਹੈ। ਭਾਨ ਸਿੰਘ ਨੂੰ ਕਿਹਾ, ਹੁਣ ਤੂੰ ਕੀ ਚਾਹੁੰਦਾ ਹੈ? ਉਸ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮੇਰੇ 'ਤੇ ਰਹਿਮ ਕਰੋ, ਮੈਨੂੰ ਨਾਮ ਬਾਣੀ ਸਿਮਰਨ ਦੀ ਦਾਤ ਬਖਸ਼ੋ। ਫਿਰ ਦੋਵੇਂ ਮੁਸਲਮਾਨ ਨੂਰਦੀਨ ਅਤੇ ਕੁਤਬਦੀਨ ਤਾਂ ਵਿਦਾ ਕਰ ਦਿੱਤੇ। ਭਾਨ ਸਿੰਘ ਨੂੰ ਆਪਣੇ ਪਾਸ ਰੱਖ ਕੇ ਉਸ ਪਾਸੋਂ ਬੇਅੰਤ ਜਪਜੀ ਸਾਹਿਬ ਅਤੇ ਸੁਖਮਨੀ ਸਾਹਿਬ ਦੇ ਪਾਠ ਕਰਾਏ। ਬਹੁਤ ਸਮਾਂ ਸੇਵਾ ਵਿੱਚ ਰੱਖਿਆ। ਪਿਛਲੇ 3 ਪ੍ਰਸੰਗ ਸੰਤ ਸ੍ਰੀ ਰਾਮ ਸਿੰਘ ਜੀ ਨੇ ਸੁਣਾਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।